ਜਾਗ ਪਈਆਂ ਸੁੱਤੀਆਂ ਪ੍ਰਭਾਤਾਂ ਜਾਗ ਪਈਆਂ ਮਿਹਨਤ ਦੀਆਂ ਬਾਤਾਂ ਜਾਗ ਪਈਆਂ। ਜਾਗ ਪਏ ਚਿਹਰੇ ਮੁਰਝਾਏ ਜਾਗ ਪਏ ਧਰਤੀ ਦੇ ਜਾਗ ਪਏ। ਧਰਤੀ ਦੇ ਜਾਇਆਂ ਨੂੰ, ਰਿਜ਼ਕ ਦੇ ਰਹਿਬਰਾਂ ਨੂੰ, ਸਾਡਿਆਂ ਕਿਸਾਨਾਂ ਨੂੰ ਸਲਾਮ ਕਰਦਾ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ਲੈ ਹਾਜ਼ਰ ਹਾਂ ਮੈਂ, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ ਅਤੇ ਐਸੋਸੀਏਟ ਸਪਾਂਸਰ ਨੇ ESS ਗਲੋਬਲ, ਜਿਸ ਵਿੱਚ ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਆਉਂਦਾ ਤੁਸੀਂ ਇਸ ਉੱਤੇ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਅਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਝੋਨੇ ਦੀ ਖੇਤੀ ਨਾਲ ਜੁੜਿਆ ਹੋਇਆ। ਅਤੇ ਅੱਜ ਸਾਡੇ ਨਾਲ ਜਿਹੜੇ ਮਾਹਿਰ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਨੇ, ਡਾਕਟਰ ਬੂਟਾ ਸਿੰਘ ਢਿੱਲੋਂ। ਡਾਕਟਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਜਿਵੇਂ ਅੱਜ ਕੱਲ੍ਹ ਬਾਸਮਤੀ ਦੀ ਲਵਾਈ ਦਾ ਸਮਾਂ ਜਿਹੜਾ ਉਹ ਚੱਲ ਰਿਹਾ, ਅਤੇ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗਾ ਕਿ ਬਾਸਮਤੀ ਦੀ ਲਵਾਈ ਨੂੰ ਲੈ ਕੇ ਕਿਹੜੀਆਂ ਕਿਸਮਾਂ ਨੇ ਜਿਹੜੀਆਂ ਬੜੀਆਂ ਟੁਕਵੀਆਂ ਨੇ ਅਤੇ ਕਿਹੜੇ ਮੁੱਖ ਗੱਲਾਂ ਨੇ ਜਿਸ ਦਾ ਧਿਆਨ ਰੱਖਣਾ ਚਾਹੀਦਾ? ਹਾਂਜੀ ਬਿਲਕੁਲ, ਜਿਹੜਾ ਇਸ ਵੇਲੇ ਕਿਸਾਨ ਨੇ ਉਹ ਆਪਣੇ ਪਰਮਲ ਕਿਸਮਾਂ ਦੀ ਲਵਾਈ ਤੋਂ ਬਾਅਦ ਜਿਹੜਾ ਬਾਸਮਤੀ ਝੋਨੇ ਦੀਆਂ ਕਿਸਮਾਂ ਦੀ ਜਿਹੜੀ ਲਵਾਈ ਦੇ ਵਿੱਚ ਲੱਗੇ ਹੋਏ ਨੇ। ਸੋ ਬੜਾ ਢੁਕਵਾਂ ਸਮਾਂ ਚੱਲ ਰਿਹਾ ਹੈਗਾ ਬਾਸਮਤੀ ਦੀ ਲਵਾਈ ਦੇ ਵਾਸਤੇ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੁਆਰਾ ਕਿਸਾਨਾਂ ਲਈ 11 ਜਿਹੜੀਆਂ ਬਾਸਮਤੀ ਦੀਆਂ ਕਿਸਮਾਂ ਉਹਨਾਂ ਦੀ ਸਿਫਾਰਿਸ਼ ਕੀਤੀ ਗਈ ਆ। ਉਹਦੇ ਵਿੱਚੋਂ ਜਿਹੜੀਆਂ 7 ਕਿਸਮਾਂ ਨੇ ਉਹਨਾਂ ਦਾ ਜਿਹੜਾ ਲਵਾਈ ਦਾ ਢੁਕਵਾਂ ਸਮਾਂ ਹੈਗਾ ਉਹ ਜੁਲਾਈ ਦਾ ਪਹਿਲਾ ਪੰਦਰਵਾੜਾ, ਔਰ 4 ਕਿਸਮਾਂ ਜਿਹੜੀਆਂ ਹੈਗੀਆਂ ਉਹਦਾ ਜਿਹੜਾ ਲਵਾਈ ਦਾ ਢੁਕਵਾਂ ਸਮਾਂ ਜਿਹੜਾ ਹੈਗਾ ਜੁਲਾਈ ਦਾ ਦੂਜਾ ਪੰਦਰਵਾੜਾ। ਸੋ ਜੁਲਾਈ ਦੇ ਪਹਿਲੇ ਜਿਹੜੇ ਪੰਦਰਵਾੜੇ ਵਿੱਚ ਲਾਉਣ ਵਾਲੀਆਂ ਕਿਸਮਾਂ ਨੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਕਿਸਮ ਹੈਗੀ ਪੂਸਾ ਬਾਸਮਤੀ 1121। ਸੋ ਉਹਦੇ ਨਾਲ ਜਿਹੜੀ ਪੂਸਾ ਬਾਸਮਤੀ 1718 ਜਿਹੜੀ ਕਿ ਇਸ ਵਾਰ ਨਵੀਂ ਕਿਸਮ ਆਈ ਆ, ਔਰ 1121 ਦਾ ਜਿਹੜਾ ਹੈਗਾ ਝੁਲਸ ਰੋਗ ਰਹਿਤ ਵਜ਼ਨ ਹੈਗਾ। ਇਹਦੇ ਨਾਲ ਜਿਹੜਾ ਹੈਗੀ ਆ ਪੂਸਾ ਬਾਸਮਤੀ 1637 ਜਿਹੜੀ ਕਿ ਭੁਰੜ ਰੋਗ ਦਾ ਕੁਝ ਹੱਦ ਤੱਕ ਟਾਕਰਾ ਕਰ ਸਕਦੀ ਹੈਗੀ ਆ। ਇਹਦੇ ਨਾਲ ਜਿਹੜੀ ਪੰਜਾਬ ਬਾਸਮਤੀ ਨੰਬਰ 2, ਪੰਜਾਬ ਬਾਸਮਤੀ ਨੰਬਰ 3, ਪੰਜਾਬ ਬਾਸਮਤੀ ਨੰਬਰ 4 ਔਰ ਪੰਜਾਬ ਬਾਸਮਤੀ ਨੰਬਰ 5 ਜਿਹੜੀਆਂ ਕਿਸਮਾਂ ਨੇ ਇਹ ਵੀ ਜਿਹੜੀ ਕਿਸਮਾਂ ਦਾ ਢੁਕਵਾਂ ਸਮਾਂ ਚੱਲ ਰਿਹਾ। ਸੋ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੀ ਪੰਜਾਬ ਬਾਸਮਤੀ ਨੰਬਰ 5 ਕਿਸਮ ਹੈਗੀ ਆ, ਸੋ ਇਹਦੀ ਜਿਹੜੀ ਗੁਣਵੱਤਾ ਜੇ ਦੇਖੀਏ ਤਾਂ ਉਹ ਪਾਕਿਸਤਾਨੀ ਬਾਸਮਤੀਆਂ ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਮਹਿਕ ਔਰ ਜਿਹੜੇ ਖੰਡ 'ਤੇ ਪਕਾਉਣ ਵਾਲੇ ਚੰਗੇ ਗੁਣਾਂ ਕਰਕੇ ਜਿਹੜੀਆਂ ਜਾਣੀਆਂ ਜਾਂਦੀਆਂ ਸੀਗੀਆਂ, ਸੋ ਉਹ ਗੁਣ ਜਿਹੜੇ ਹੈਗੇ ਆ ਪੰਜਾਬ ਬਾਸਮਤੀ ਨੰਬਰ 5 ਕਿਸਮ ਦੇ ਵਿੱਚ ਵੀ ਜਿਹੜੇ ਉਹ ਪਾਏ ਜਾਂਦੇ ਆ। ਸੋ ਕਿਸਾਨ ਵੀਰ ਇਸ ਕਿਸਮ ਵੱਲ ਵੀ ਆ ਰਹੇ ਨੇ, ਔਰ ਆਉਣ ਵਾਲੇ ਸਮੇਂ 'ਚ ਲੱਗਦਾ ਕਾਫੀ ਰੁਝਾਨ ਜਿਹੜਾ ਹੈਗਾ ਪੰਜਾਬ ਬਾਸਮਤੀ ਨੰਬਰ 5 ਦਾ ਉਹ ਹੋ ਸਕਦਾ ਹੈਗਾ। ਉਸ ਤੋਂ ਬਾਅਦ ਜਿਹੜੀਆਂ ਕਿਸਮਾਂ ਦੂਜੇ ਪੰਦਰਵਾੜੇ ਵਿੱਚ ਲਾਉਣ ਵਾਲੀਆਂ ਨੇ ਆਪਣੀਆਂ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ, ਸੋ ਉਹਦੇ ਵਿੱਚ ਪੂਸਾ ਬਾਸਮਤੀ 1509 ਜਿਹੜੀ ਕਿ ਸਭ ਤੋਂ ਘੱਟ ਸਮੇਂ ਤਕਰੀਬਨ 95 ਦਿਨਾਂ ਦੇ ਵਿੱਚ ਪੱਕ ਜਾਂਦੀ ਹੈਗੀ ਆ। ਆਲੂ ਜਿਹੜੇ ਜਾਂ ਹੋਰ ਸਬਜ਼ੀਆਂ ਵਾਲੇ ਕਾਸ਼ਤਕਾਰ ਵੀਰ ਆ ਉਹਨਾਂ ਦੀ ਕਾਫੀ ਪਸੰਦੀਦਾ ਕਿਸਮ ਹੈਗੀ ਆ। ਇਹ CSR 30 ਕਿਸਮ ਹੈਗੀ ਆ। ਨਾਲ ਜਿਹੜੀ ਹੈਗੀ ਬਾਸਮਤੀ 370, ਬਾਸਮਤੀ 386 ਕਿਸਮਾਂ ਨੇ। ਸੋ ਇਹਨਾਂ ਦੀ ਜਿਹੜੀ ਲਵਾਈ ਦਾ ਸਮਾਂ ਜਿਹੜਾ ਜੁਲਾਈ ਦਾ ਦੂਜਾ ਪੰਦਰਵਾੜਾ ਹੈਗਾ। ਸੋ ਇਹ ਜਿਹੜੀ ਬਾਸਮਤੀ ਦੀਆਂ ਕਿਸਮਾਂ ਬਾਰੇ ਆਪਾਂ ਗੱਲਬਾਤ ਕੀਤੀ ਆ। ਸੋ ਇਹਦੇ 'ਚ ਮੁੱਖ ਜਿਹੜੀ ਗੱਲ ਆਪਾਂ ਖਿਆਲ 'ਚ ਰੱਖਣ ਵਾਲੀ ਕਿਸਾਨ ਭਰਾਵਾਂ ਦੇ ਉਹ ਇਹ ਆ ਕਿ ਜਿਹੜੀ ਇਹਦੀ ਪਨੀਰੀ ਦੀ ਜਿਹੜੀ ਢੁਕਵੀਂ ਉਮਰ ਆ ਉਹ 25 ਤੋਂ 30 ਦਿਨ ਦੀ ਆ। ਜੇਕਰ ਇਹ ਪਨੀਰੀ ਇਸ ਤੋਂ ਵੱਡੀ ਹੁੰਦੀ ਆ ਤਾਂ ਜਿਹੜੀ ਬਾਸਮਤੀ ਉਹਨਾਂ ਝਾੜ ਨਹੀਂ ਮਾਰਦੀ ਗੀ, ਔਰ ਜਿਹਦੇ ਨਾਲ ਕਿ ਝਾੜ ਘਟ ਜਾਂਦਾ ਹੈਗਾ। ਔਰ ਜ਼ਿਆਦਾ ਖਾਸ ਗੱਲ ਜਿਹੜੀ ਇਹਦੇ ਵਿੱਚ ਹੈਗੀ ਆ ਪੂਸਾ ਬਾਸਮਤੀ 1509, ਉਹਦੇ ਵਿੱਚ ਜਿਹੜੀ ਪਨੀਰੀ ਦੀ ਉਮਰ ਆ ਉਹ 25 ਦਿਨ ਹੋਣੀ ਚਾਹੀਦੀ ਆ। ਸੋ 25 ਦਿਨਾਂ ਤੋਂ ਜੇਕਰ ਉਮਰ ਦੀ ਵਧੂਗੀ ਤਾਂ ਉਹਦੇ ਨਾਲ ਜਿਹੜਾ ਝਾੜ ਦੇ ਵਿੱਚ ਗਿਰਾਵਟ ਆ ਸਕਦੀ ਆ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਛੋਟੀ ਉਮਰ ਦੀ ਜਿਹੜੀ ਪਨੀਰੀ ਆ ਬਾਸਮਤੀ ਦੀ ਕਿਸਮਾਂ ਦੇ ਵਿੱਚ ਉਹਦੀ ਆਪਾਂ ਲਵਾਈ ਕਰੀਏ, ਤਾਂ ਕਿ ਜਿਹੜਾ ਬਾਸਮਤੀ ਦੀਆਂ ਕਿਸਮਾਂ ਨੇ ਉਹਨਾਂ ਤੋਂ ਆਪਾਂ ਵਧੀਆ ਝਾੜ ਜਿਹੜਾ ਉਹ ਲੈ ਸਕੀਏ। ਡਾਕਟਰ ਸਾਹਿਬ, ਜਿਵੇਂ ਇਹ ਤਾਂ ਮੇਰਾ ਸਵਾਲ ਹੋ ਗਿਆ, ਪਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਕਿਸਾਨਾਂ ਦੇ ਸਵਾਲ ਅਸੀਂ ਤੁਹਾਡੇ ਤੱਕ ਪਹੁੰਚਾਉਣੇ ਨੇ, ਤੁਹਾਡੇ ਵੱਲੋਂ ਉਸ ਦਾ ਜਵਾਬ ਦਿੱਤਾ ਜਾਣਾ। ਅਤੇ ਪਹਿਲੇ ਕਿਸਾਨ ਵੀਰ ਜਿਹੜੇ ਨੇ ਉਹ ਸਾਡੇ ਨਾਲ ਕਾਲ ਦੇ ਜ਼ਰੀਏ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ ਤੁਸੀਂ? ਜਸਵਿੰਦਰ ਸਿੰਘ ਗੱਲ ਕਰ ਰਿਹਾ ਜੀ, ਘਨੌਰ ਤੋਂ। ਜੀ ਜਸਵਿੰਦਰ ਜੀ, ਆਪਣਾ ਸਵਾਲ ਪੁੱਛੋ। ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੂਟਾ ਸਿੰਘ ਢਿੱਲੋਂ ਜੀ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਾਡਾ ਸਵਾਲ ਇਹ ਹੈ ਕਿ ਅਸੀਂ ਨਾ ਝੋਨੇ ਦੀ PR 121, ਹਾਂਜੀ 126 ਤੇ ਪੂਸਾ ਬਾਸਮਤੀ 1121 ਦੀਆਂ ਕਿਸਮਾਂ ਬੀਜੀਆਂ ਨੇ ਜੀ ਅਸੀਂ। ਠੀਕ ਹੈ ਜੀ। ਤੇ ਉਹਨਾਂ 'ਚ ਸਾਨੂੰ ਦੱਸੋ ਕਿ ਯੂਰੀਆ ਕਿੰਨੀ ਪਾਉਣੀ ਚਾਹੀਦੀ ਆ ਤੇ ਕਦੋਂ ਪਾਉਣੀ ਚਾਹੀਦੀ ਆ? ਬਿਲਕੁਲ ਜੀ, ਬਹੁਤ ਵਾਜਿਬ ਤੁਹਾਡਾ ਸਵਾਲ ਆ। ਕਿਉਂਕਿ ਜਿਹੜੀਆਂ ਵੱਖ-ਵੱਖ ਕਿਸਮਾਂ ਹੈਗੀਆਂ ਨੇ
ਉਹਦੇ 'ਚ ਯੂਰੀਆ ਪਾਉਣ ਦਾ ਢੰਗ ਸਮਾਂ ਵੱਖਰਾ ਵੱਖਰਾ ਹੈਗਾ। ਬਿਲਕੁਲ ਜੀ। ਸੋ ਜੇ ਗੱਲ ਕਰੀਏ ਆਪਾਂ PR 121 ਕਿਸਮ ਦੀ ਹਾਂਜੀ ਜਾਂ PR 126 ਕਿਸਮ ਦੀ, ਸੋ ਦੋਨਾਂ ਕਿਸਮਾਂ ਨੂੰ ਜਿਹੜੀ ਆਪਾਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਆਪਾਂ 90 ਕਿਲੋ ਯੂਰੀਆ ਯਾਨੀ 2 ਬੈਗ ਜਿਹੜੇ ਯੂਰੀਏ ਦੇ 45 ਕਿਲੋ ਦੇ ਪਾਉਣੇ ਆ। ਅੱਛਾ ਜੀ। ਪਾਉਣਾ ਕਦੋਂ ਆ? 3 ਕਿਸ਼ਤਾਂ ਦੇ ਵਿੱਚ ਪਾਉਣਾ। ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਤਕਰੀਬਨ ਹਫਤੇ ਤੇ ਪਾ ਦੇਣੀ ਆਪਾਂ। ਦੂਸਰੀ ਕਿਸ਼ਤ ਆ ਜਿਹੜੀ 3 ਹਫ਼ਤਿਆਂ ਤੇ ਪਾ ਦੇਣੀ ਆ। ਔਰ ਜਿਹੜੀ ਤੀਸਰੀ ਕਿਸ਼ਤ ਹੈਗੀ ਆ ਉਹ ਜਿਹੜੀ PR 126 ਕਿਸਮ ਹੈਗੀ ਆ ਉਹਨੂੰ ਆਪਾਂ 5 ਹਫ਼ਤਿਆਂ ਤੇ ਪਾਉਣੀ ਆ। ਲੇਕਿਨ ਜਿਹੜੀ PR 121 ਕਿਸਮ ਹੈਗੀ ਆ ਉਹਨੂੰ ਆਪਾਂ ਜਿਹੜੀ ਤੀਸਰੀ ਕਿਸ਼ਤ ਆ ਉਹ ਆਪਾਂ 6 ਹਫ਼ਤਿਆਂ ਤੇ ਪਾਉਣੀ ਆ। ਇਹਦੇ ਨਾਲ ਜਿਹੜਾ ਦੂਜਾ ਸਵਾਲ ਤੁਹਾਡਾ ਸੀਗਾ ਪੂਸਾ ਬਾਸਮਤੀ 1121 ਦਾ, ਸੋ ਜਿਹੜੀ ਪੂਸਾ ਬਾਸਮਤੀ 1121 ਆ ਇਹਦੀ ਜਿਹੜੀ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਨੇ ਉਹਦੇ 'ਚ ਇਹਨੂੰ ਆਪਾਂ ਸਿਰਫ 36 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਆ। 36 ਕਿਲੋ ਯੂਰੀਆ ਪ੍ਰਤੀ ਏਕੜ, ਉਹਨੂੰ 2 ਕਿਸ਼ਤਾਂ 'ਚ ਵੰਡ ਕੇ ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਆਪਾਂ ਜਿਹੜੀ ਇਹਦੀ ਲਵਾਈ ਤੋਂ ਤਕਰੀਬਨ 3 ਹਫ਼ਤਿਆਂ ਬਾਅਦ ਔਰ ਦੂਸਰੀ ਜਿਹੜੀ ਕਿਸ਼ਤ ਆ ਉਹ ਲਵਾਈ ਤੋਂ 6 ਹਫ਼ਤਿਆਂ ਬਾਅਦ ਪਾਉਣੀ ਆ। ਔਰ ਖਿਆਲ ਆਪਾਂ ਇਹਦੇ 'ਚ ਇਹ ਕਰਨਾ ਜਦੋਂ ਵੀ ਯੂਰੀਆ ਦੀ ਵਰਤੋਂ ਆਪਾਂ ਕਰਨੀ ਹੈ ਝੋਨੇ ਦੇ ਵਿੱਚ ਤਾਂ ਆਪਾਂ ਯੂਰੀਆ ਉਸ ਵੇਲੇ ਪਾਉਣਾ ਹੈਗਾ ਜਦੋਂ ਖੇਤ ਵਿੱਚ ਪਾਣੀ ਨਾ ਖੜਾ ਹੋਵੇ, ਕਿਉਂਕਿ ਜੇ ਖੜੇ ਪਾਣੀ ਦੇ ਵਿੱਚ ਆਪਾਂ ਯੂਰੀਆ ਪਾ ਦਿੰਦੇ ਆ ਤਾਂ ਉਹ ਸਾਰਾ ਜਿਹੜਾ ਯੂਰੀਆ ਹੈਗਾ ਉਹ ਲੀਚ ਹੋ ਕੇ ਥੱਲੇ ਚਲਿਆ ਜਾਂਦਾ ਹੈਗਾ, ਤੁਹਾਡੇ ਪੌਦੇ ਨੂੰ ਨਹੀਂ ਮਿਲਦਾ ਉਹ, ਜਿਹਦੇ ਨਾਲ ਕਿ ਤੁਹਾਨੂੰ ਵੱਧ ਹੋਰ ਜ਼ਿਆਦਾ ਤੁਹਾਨੂੰ ਯੂਰੀਆ ਪਾਉਣ ਦੀ ਲੋੜ ਪੈਂਦੀ ਹੈ। ਸੋ ਇਸ ਕਰਕੇ ਇਹ ਗੱਲ ਬੜੀ ਖਿਆਲ ਰੱਖਣ ਵਾਲੀ ਆ ਝੋਨੇ ਦੇ ਵਿੱਚ ਕਿ ਜਦੋਂ ਪਾਣੀ ਖੇਤ ਵਿੱਚ ਖੜਾ ਨਾ ਹੋਵੇ ਉਸ ਵੇਲੇ ਜਿਹੜਾ ਹੈਗਾ ਆਪਾਂ ਯੂਰੀਆ ਦੀ ਜਿਹੜੀ ਵਰਤੋਂ ਕਰਨੀ ਆ ਔਰ ਯੂਰੀਆ ਪਾ ਕੇ ਤੀਸਰੇ ਦਿਨ ਜਿਹੜਾ ਆਪਾਂ ਨੂੰ ਝੋਨੇ ਨੂੰ ਪਾਣੀ ਲਾਉਣਾ ਹੈਗਾ ਜੀ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਸਵਾਲ ਦੇ ਲਈ। ਤੇ ਖਾਸ ਤੌਰ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਮੇਂ ਤੇ ਢੰਗ, ਇਹ ਦੋਵਾਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਡਾਕਟਰ ਸਾਹਿਬ ਇਸ ਦੇ ਨਾਲ ਸਿੱਧਾ ਖੇਤਾਂ ਤੋਂ ਸਾਡੇ ਨਾਲ ਇੱਕ ਕਿਸਾਨ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਮੇਰਾ ਪ੍ਰਸ਼ਨ ਝੋਨੇ ਦੇ ਸੰਬੰਧ ਵਿੱਚ ਹੈ ਕਿ ਝੋਨੇ ਦੇ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਦੋਂ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਕਿਹੜੇ-ਕਿਹੜੇ ਉਹ ਕੀਟਨਾਸ਼ਕ ਹਨ ਜਿਨ੍ਹਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ? ਹਾਂਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਔਰ ਬੜਾ ਢੁਕਵਾਂ ਸਵਾਲ ਆ ਜਿਹੜਾ ਕਿ ਸਾਡੇ ਕਿਸਾਨ ਵੀਰ ਆਮ ਤੌਰ ਤੇ ਕਈ ਵਾਰੀ ਇਹ ਗਲਤੀ ਕਰਦੇ ਆ ਵੀ ਕੀਟਨਾਸ਼ਕ ਦੀ ਵਰਤੋਂ ਕਦੋਂ ਕਰੀਏ। ਸੋ ਇੱਥੇ ਮੈਂ ਕਿਸਾਨ ਵੀਰਾਂ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਜਿਹੜੀ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਖੁਰਾਕ ਲਈ ਹੁੰਦਾ, ਨਾ ਕਿ ਕਿਸੇ ਕੀੜੇ ਮਾਰ ਜ਼ਹਿਰਾਂ ਲਈ ਜਾਂ ਉੱਲੀ ਨਾਸ਼ਕਾਂ ਲਈ। ਸਮਾਂ ਜਿਹੜਾ ਹੁੰਦਾ ਉਹ ਹੁੰਦਾ ਵੀ ਕਿਸੇ ਖਾਦ ਪਾਉਣੀ ਆ ਉਹਦਾ ਅਸੀਂ ਸਮਾਂ ਜ਼ਰੂਰ ਨਿਸ਼ਚਿਤ ਤੁਹਾਨੂੰ ਕਰਕੇ ਦਿੰਦੇ ਆ। ਸੋ ਕਦੇ ਵੀ ਆਪਾਂ ਸਮੇਂ ਦੇ ਅਨੁਸਾਰ ਜਿਹੜੀ ਹੈਗੀ ਆ ਕੀਟਨਾਸ਼ਕ ਜ਼ਹਿਰਾਂ ਦਾ ਉੱਲੀ ਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਗੀ। ਇਹ ਆਪਾਂ ਸਿਰਫ ਉਦੋਂ ਹੀ ਇਹਨਾਂ ਦੀ ਵਰਤੋਂ ਕਰਨੀ ਆ ਜਦੋਂ ਕੋਈ ਬਿਮਾਰੀ ਜਾਂ ਕੀੜਾ ਆ ਗਿਆ। ਉਹ ਕੀੜੇ ਔਰ ਬਿਮਾਰੀ ਦੇ ਫਿਰ ਅੱਗੇ ਖੇਤੀਬਾੜੀ ਯੂਨੀਵਰਸਿਟੀ ਨੂੰ ਖੋਜ ਆਧਾਰਿਤ ਤੁਹਾਨੂੰ ਆਰਥਿਕ ਕਗਾਰ ਦਿੱਤੇ ਹੋਏ ਆ। ਸੋ ਜਦੋਂ ਉਹ ਆਰਥਿਕ ਕਗਾਰ ਤੇ ਪਹੁੰਚਦੇ ਆ ਤਾਂ ਉਸ ਵੇਲੇ ਆਪਾਂ ਜਿਹੜੀ ਇਹਨਾਂ ਜ਼ਹਿਰਾਂ ਦੀ ਵਰਤੋਂ ਕਰਨੀ ਆ, ਉਸ ਤੋਂ ਪਹਿਲਾਂ ਜਿਹੜੀ ਵਰਤੋਂ ਨਹੀਂ ਕਰਨੀ ਗੀ। ਬਾਸਮਤੀ ਦੇ ਵਿੱਚ ਖਾਸ ਤੌਰ ਤੇ ਮੈਂ ਜ਼ੋਰ ਦੇ ਕੇ ਤੁਹਾਨੂੰ ਇਹ ਅਪੀਲ ਕਰਦਾ, ਬੇਨਤੀ ਕਰਦਾ, ਕਿਉਂਕਿ ਦੇਖੋ ਬਾਸਮਤੀ ਜਿਹੜੀ ਹੈ ਆਪਣੀ ਇੱਕ ਆਪਾਂ ਨਿਰਯਾਤ ਕਰਦੇ ਆ ਇਹਦਾ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਉਹਦੀ ਬੜੀ ਵਧੀਆ ਕੁਆਲਿਟੀ ਦੇ ਲਈ, ਕਿਉਂਕਿ ਪਿਛਲੇ ਸਮੇਂ ਸਾਨੂੰ ਕੋਈ ਸਮੱਸਿਆ ਵੀ ਆਈਆਂ, ਸਾਡੇ ਕੁਝ ਜਿਹੜੇ ਕੀਟਨਾਸ਼ਕਾਂ ਦੇ ਜਿਹੜੇ ਅੰਸ਼ ਸੀਗੇ ਉਹ ਸਾਡੀ ਬਾਸਮਤੀ ਦੇ ਵਿੱਚ ਆ ਗਈ, ਜਿਹਦੇ ਕਿ ਸਾਡੀਆਂ ਕੰਸਾਈਨਮੈਂਟਸ ਦੇ ਵਿੱਚ ਸਾਨੂੰ ਪ੍ਰੋਬਲਮ ਆਈ, ਸਾਨੂੰ ਸਮੱਸਿਆ ਆਈ ਐਕਸਪੋਰਟ ਦੇ ਵਿੱਚ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿਉਂਕਿ ਯੂਰਪੀਅਨ ਯੂਨੀਅਨ ਵੱਲੋਂ ਤਕਰੀਬਨ 22 ਕੀਟਨਾਸ਼ਕਾਂ ਦੀ ਜਿਹੜੀ ਵਰਤੋਂ ਦੀ ਉਹਨਾਂ ਨੇ ਇੱਕ ਸੀਮਾ ਬੱਧੀ ਆ ਵੀ ਇਸ ਤੋਂ ਵੱਧ ਜਿਹੜੇ ਉਹਦੇ ਅੰਸ਼ ਹੋਣਗੇ ਤਾਂ ਉਹ ਜਿਹੜੇ ਹੈਗੇ ਤੁਹਾਡੀ ਐਕਸਪੋਰਟ ਦੇ ਵਿੱਚ ਠੱਲ ਪਾਉਣਗੇ। ਸੋ ਉਹਦੇ 'ਚ ਖਾਸ ਤੌਰ ਤੇ ਜਿਹੜਾ ਆਪਣੇ ਕੰਸਾਈਨਮੈਂਟ ਆਪਣੇ ਪੰਜਾਬ ਦੇ ਵੱਲੋਂ ਜਿਹੜੀ ਸਮੱਸਿਆ ਪਿਛਲੇ ਸਾਲਾਂ 'ਚ ਆਈ ਆ, ਸੋ ਉਹਦੇ 'ਚ ਮੁੱਖ ਤੌਰ ਤੇ ਜਿਹੜੀ ਸੀ ਟਰਾਈਸਾਈਕਲਾਜੋਲ ਸੀਗੀ, ਇਹਦੇ ਨਾਲ ਬਵਿਸਟਨ ਦਵਾਈ ਸੀਗੀ, ਨਾਲ ਐਸੀਫੇਟ ਸੀਗੀ, ਨਾਲ ਇਹਦੇ ਆਪਣੇ ਟਰਾਈਜੋਫਾਸ ਸੀਗੀ, ਥਾਇਓਮੈਥੋਕਸਮ ਸੀਗੀ ਤੇ ਬਿਪਰੋਫਿਜਨ ਸੀਗੀ। ਸੋ ਇਹਨਾਂ ਦਵਾਈਆਂ ਦੇ ਜਿਹੜੇ ਅੰਸ਼ ਵੱਧ ਹੋਣ ਕਰਕੇ ਜਿਹੜੇ ਸਾਡੇ ਐਕਸਪੋਰਟ ਦੇ ਵਿੱਚ ਸਾਨੂੰ ਸਮੱਸਿਆ ਜਿਹੜੀ ਪਿਛਲੇ ਸਮੇਂ 'ਚ ਆਈ ਸੀਗੀ, ਪਰੰਤੂ ਪਿਛਲੇ ਸਾਲ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਕਿਸਾਨ ਵੀਰ, ਤੁਸੀਂ ਬੜੇ ਲਾਮਬੰਦ ਰਹੇ। ਇਹਨਾਂ ਜਿਹੜੇ ਜ਼ਹਿਰਾਂ ਦੀ ਵਰਤੋਂ ਤੁਸੀਂ ਨਹੀਂ ਕੀਤੀ ਆਪਦੇ ਬਾਸਮਤੀ ਦੇ ਉੱਪਰ, ਔਰ ਨਿਰਵਿਘਨ ਜਿਹੜੀ ਆਪਣੀ ਨਿਰਯਾਤ ਜਿਹੜੀ ਸੀਗੀ ਉਹ ਜਾਰੀ ਰਹੀ। ਸੋ ਮੈਨੂੰ ਪੂਰਨ ਆਸ ਆ ਕਿ ਇਸ ਵਾਰ ਵੀ ਤੁਸੀਂ ਜਿਹੜਾ ਇਹਨਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰੋਗੇ ਤੇ ਜਿਹੜੀ ਵਧੀਆ ਕੁਆਲਿਟੀ ਦੀ ਬਾਸਮਤੀ ਦਾ ਉਤਪਾਦਨ ਕਰਕੇ ਜਿਹੜਾ ਆਪਣੇ ਨਿਰਯਾਤ ਕਰਕੇ ਚੰਗਾ ਰੋਕ ਜਿਹੜਾ ਆਪਾਂ ਕਮਾਵਾਂਗੇ। ਮਤਲਬ ਪੂਰਨ ਤੌਰ ਤੇ ਜਿਹੜਾ ਲਾਮਬੰਦ ਰਹਿਣ ਦੀ ਕਿਸਾਨ ਵੀਰਾਂ ਨੂੰ ਲੋੜ ਹੈ ਤੇ ਸਾਡਾ ਪ੍ਰੋਗਰਾਮ ਦੀ ਵੀ ਇਹੀ ਕੋਸ਼ਿਸ਼ ਹੈ ਕਿ ਪੂਰੀ ਜਾਣਕਾਰੀ ਜਿਹੜੀ ਹੈ ਉਹ ਕਿਸਾਨ ਵੀਰਾਂ ਤੱਕ ਪੁੱਜੇ। ਤੇ ਇੱਥੇ ਵੇਲਾ ਡਾਕਟਰ ਸਾਹਿਬ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਕੁਝ ਹੋਰ ਸਵਾਲਾਂ ਦਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਰੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2।
ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2। ਤੇ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਪਹਿਲੇ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਮੇਰਾ ਨਾਮ ਮੇਜਰ ਸਿੰਘ ਆ ਜੀ ਸਰ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ ਮੈਂ ਆਪਣੀ ਜ਼ਮੀਨ ਦੇ ਵਿੱਚ ਬਾਸਮਤੀ 11-21 ਬੀਜਣਾ ਚਾਹੁੰਦਾ ਸਰ। ਜੀ ਜੀ। ਤੇ ਉਹਦੇ ਪਹਿਲਾਂ ਮੈਂ ਜਿਹੜੀ ਹਰੀ ਖਾਦ ਆ ਉਹ ਜ਼ਮੀਨ ਦੇ ਵਿੱਚ ਪਾ ਲਈ ਆ, ਪਰ ਯੂਰੀਆ ਖਾਦ ਵੀ ਕਿੰਨੀ ਪਾਈਏ ਇਹਦੇ ਬਾਰੇ ਸਰ ਕੋਈ ਜਾਣਕਾਰੀ ਲੈਣੀ ਸੀ। ਹਾਂਜੀ ਸਰਦਾਰ ਮੇਜਰ ਸਿੰਘ ਜੀ, ਬਹੁਤ ਹੀ ਤੁਹਾਡਾ ਵਾਜਿਬ ਸਵਾਲ ਆ। ਜਿਹੜੀ ਬਾਸਮਤੀ ਪੂਸਾ 11-21, ਜਿਵੇਂ ਪਹਿਲਾਂ ਵੀ ਆਪਾਂ ਦੱਸਿਆ ਹੈਗਾ ਕਿ ਇਹਦੀ ਜਿਹੜੀ ਯੂਰੀਆ ਦੀ ਲੋੜ ਬਹੁਤ ਘੱਟ ਆ। ਸਿਰਫ ਇਹਨੂੰ ਆਪਾਂ ਕਹਿੰਦੇ 36 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਦਰਮਿਆਨੀ ਜ਼ਮੀਨ ਦੇ ਵਿੱਚ। ਔਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੇ ਤੁਸੀਂ ਹਰੀ ਖਾਦ ਜਿਹੜੀ ਹੈਗੀ ਆ ਸਣ ਦੀ ਜਾਂ ਜੰਤਰ ਦੀ ਤਕਰੀਬਨ 45 ਦਿਨਾਂ ਦੀ ਖਾਦ ਜੇ ਤੁਸੀਂ ਉਹਦੇ ਝੋਨੇ ਦੀ ਜਿਹੜੀ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਵਿੱਚ ਖੇਤ ਦੇ ਵਾਹੀ ਆ, ਤਾਂ ਉੱਥੇ ਤੁਹਾਨੂੰ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਉਹਦੇ 'ਚ ਤੱਤ ਇੰਨੇ ਕੁ ਹੁੰਦੇ ਆ ਵੀ ਉਹ ਤੁਹਾਡੀ ਇੰਨੀ ਜਿਹੜੀ ਬਾਸਮਤੀ ਜਿੰਨੀ ਕੁ ਲੋੜ ਆ ਉਹ ਤੱਤ ਪੂਰੇ ਕਰ ਦਿੰਦੀ ਆ। ਸੋ ਇਸ ਕਰਕੇ ਉੱਥੇ ਆਪਾਂ ਖਾਦ ਜਿਹੜੀ ਯੂਰੀਆ ਬਿਲਕੁਲ ਨਹੀਂ ਪਾਉਣੀ ਗੀ, ਕਿਉਂਕਿ ਜਦੋਂ ਜ਼ਿਆਦਾ ਖਾਦ ਪਾਵਾਂਗੇ ਤਾਂ ਉਹ ਜਿਹੜੀ ਫਸਲ ਕਈ ਵਾਰ ਆਪਣੀ ਡਿੱਗ ਪੈਂਦੀ ਆ। ਸੋ ਜ਼ਰੂਰ ਤੁਸੀਂ ਜਿਹੜਾ ਹੈਗਾ ਉੱਥੇ ਬਿਨਾਂ ਖਾਦ, ਯਾਨੀ ਆਪਾਂ ਕਹਿ ਸਕਦੇ ਹਾਂ ਕਿ ਆਰਗੈਨਿਕ ਜਿਹੜੀ ਤੁਸੀਂ ਉੱਥੇ ਜਿਹੜੀ ਬਾਸਮਤੀ ਆ ਉਹਦੇ ਵੱਲ ਆਪਾਂ ਨੂੰ ਜਾਣਾ ਚਾਹੀਦਾ, ਕਿਉਂਕਿ ਕੀਟਨਾਸ਼ਕਾਂ ਦੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈਗਾ ਵਰਤੋਂ ਨਾ ਕਰੋ। ਸੋ ਉਸ ਵੱਲ ਨੂੰ ਜਿਹੜਾ ਹੈਗਾ ਆਪਾਂ ਨੂੰ ਕੁਆਲਿਟੀ ਵਾਲੇ ਪਾਸੇ ਨੂੰ ਆਉਣ ਦੀ ਜਿਹੜੀ ਆ ਉਹ ਬਹੁਤ ਜ਼ਰੂਰੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਸਵਾਲ ਦੇ ਲਈ। ਤੇ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰਪੂਰਵਕ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਡਾਕਟਰ ਸਾਹਿਬ ਇੱਕ ਕਿਸਾਨ ਨੇ ਜੋ ਸਾਡੇ ਨਾਲ ਸਿੱਧਾ ਖੇਤਾਂ ਤੋਂ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ ਕਿ ਕੀ ਹੈ। ਸਾਡੇ ਝੋਨਾ ਲਾਏ ਨੂੰ 10 ਦਿਨ ਹੋ ਗਏ, ਝੋਨੇ ਦੇ ਵਿੱਚ ਅਸੀਂ ਪਾਣੀ ਨਹੀਂ ਖੜਾ ਸਕੇ। ਪਾਣੀ ਨਾ ਖੜਨ ਦੇ ਕਾਰਨ ਸਾਡੇ ਝੋਨੇ ਦੇ ਵਿੱਚ ਨਦੀਨ ਪੈਦਾ ਹੋ ਗਏ। ਉਹਦੇ ਵਾਸਤੇ ਸਾਨੂੰ ਕੋਈ ਉਪਾਅ ਦੱਸੋ ਡਾਕਟਰ ਸਾਹਿਬ। ਬਿਲਕੁਲ ਜੀ, ਨਦੀਨ ਜੇ ਕਈ ਵਾਰ ਖੇਤ ਵਿੱਚ ਪਾਣੀ ਨਹੀਂ ਖੜਾ ਕਰਦੇ ਤਾਂ ਨਦੀਨ ਹੋ ਜਾਂਦੇ ਆ। ਸੋ ਉਹਦੇ ਲਈ ਫੁੱਲ ਪੈਕੇਜ ਜਿਹੜੀ ਹੈਗੀ ਆ ਉਹ ਪੰਜਾਬ ਯੂਨੀਵਰਸਿਟੀ ਵੱਲੋਂ ਤੁਹਾਨੂੰ ਵਿਕਸਿਤ ਕਰਕੇ ਦਿੱਤੀ ਹੋਈ ਆ। ਸੋ ਨਦੀਨਾਂ ਦੀ ਜਿਹੜੀ ਰੋਕਥਾਮ ਬੜੇ ਕਾਰਗਰ ਤਰੀਕੇ ਨਾਲ, ਬੜੀਆਂ ਕਾਰਗਰ ਦਵਾਈਆਂ ਨੇ ਆਪਣੇ ਕੋਲੇ, ਉਹਨਾਂ ਨਾਲ ਕਰ ਸਕਦੇ ਆ। ਸੋ ਜਿਹੜੇ ਹਿਸਾਬ ਨਾਲ ਤੁਸੀਂ ਦੱਸਿਆ ਕਿ 10-12 ਦਿਨ ਦੀ ਤੁਹਾਡੀ ਫਸਲ ਆ, ਸੋ 10-12 ਦਿਨ ਦੇ ਫਸਲ ਦੇ ਉੱਪਰ ਤੁਸੀਂ ਗ੍ਰੇਨਾਈਟ ਜਿਹੜੀ ਦਵਾਈ ਆ 240 ਤਾਕਤ ਦਵਾਈ ਆ, ਔਰ ਇਹਦੀ 40 ਗ੍ਰਾਮ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਆ ਉਹਦੀ ਆਪਾਂ ਵਰਤੋਂ ਕਰ ਸਕਦੇ ਹਾਂ। ਉਹਦਾ ਛਿੜਕਾਅ ਆਪਾਂ ਜਿਹੜਾ ਫਸਲ ਦੇ ਉੱਪਰ ਕਰ ਸਕਦੇ ਹਾਂ। ਸੋ ਇਹਦੇ ਬਦਲ ਦੇ ਵਿੱਚ ਜਾਂ ਆਪਾਂ ਜਦੋਂ ਆਪਣੀ ਫਸਲ 20-25 ਦਿਨ ਦੀ ਹੋ ਗਈ, ਉਦੋਂ ਆਪਾਂ ਦੇਖਣਾ ਵੀ ਸਾਡੇ ਨਦੀਨ ਕਿਹੜੇ ਨੇ। ਜਿਹੜੀ ਤੁਹਾਨੂੰ ਗ੍ਰੇਨਾਈਟ ਦਵਾਈ ਦੱਸੀ ਆ ਇਹ ਬੜੀ ਵਾਈਡ ਸਪੈਕਟਰਮ ਆ, ਤਕਰੀਬਨ ਸਾਰੇ ਨਦੀਨਾਂ ਦੀ ਰੋਕਥਾਮ ਕਰੂਗੀ। ਔਰ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਦਵਾਈਆਂ ਹੈਗੀਆਂ 20-25 ਦਿਨ ਤੇ ਪਾਉਣ ਵਾਲੀਆਂ, ਸੋ ਉਦੋਂ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਖੇਤ ਵਿੱਚ ਤੁਸੀਂ ਨਦੀਨ ਪਹਿਚਾਣ ਲਓ। ਜਿਹੜੇ ਨਦੀਨ ਹੈਗੇ ਨੇ ਉਹਦੇ ਮੁਤਾਬਕ ਆਪਾਂ ਜਿਹੜੀ ਹੈਗੀ ਆ ਨਦੀਨ ਨਾਸ਼ਕ ਦਵਾਈ ਦੀ ਵਰਤੋਂ ਕਰ ਲਾਂਗੇ ਉਹਦੇ ਵਿੱਚ। ਸੋ ਜੇ ਤੁਹਾਨੂੰ ਲੱਗਦਾ ਤੁਹਾਡੇ ਖੇਤ ਵਿੱਚ ਘਾਹ ਵਾਲੇ ਨਦੀਨ ਜਿਵੇਂ ਸਵਾਂਕ ਵਗੈਰਾ ਹੈਗੇ ਆ, ਤਾਂ ਉਹਨਾਂ ਹਾਲਤਾਂ ਦੇ ਵਿੱਚ ਬਸਪੈਰੀਬੈਕ ਸੋਡੀਅਮ 10 ਤਾਕਤ ਜਿਹੜੀ ਦਵਾਈ ਹੈ, ਇਹਦੇ 4 ਬ੍ਰਾਂਡ ਜਿਹੜੇ ਹੈਗੇ ਸਿਫਾਰਿਸ਼ ਕੀਤੇ ਜਾਂਦੇ ਆ। ਨੋਮਨੀ ਗੋਲਡ, ਵਾਸ਼ ਆਊਟ, ਮਾਸ਼ੋ ਤੇ ਤਾਰਕ 10 ਤਾਕਤ ਜਿਹੜੀ ਦਵਾਈ ਆ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਛਿੜਕਾਅ ਆਪਾਂ ਕਰ ਸਕਦੇ ਹੈਗੇ ਆ। ਇਹਦੇ ਬਦਲ ਦੇ ਵਿੱਚ ਜੇ ਤੁਹਾਡੇ ਲੱਗਦਾ ਵੀ ਤੁਹਾਡੇ ਖੇਤ ਵਿੱਚ ਚੌੜੀ ਪੱਤੀ ਵਾਲੇ ਔਰ ਮੋਥੇ ਵਰਗੇ ਨਦੀਨ ਹੈਗੇ ਆ, ਤਾਂ ਉਹਨਾਂ ਲਈ ਜਿਹੜੀਆਂ ਦਵਾਈਆਂ ਵੱਖਰੀਆਂ ਨੇ। ਸੋ ਉਹ ਦਵਾਈਆਂ ਕਿਹੜੀਆਂ ਨੇ? ਜਾਂ ਤਾਂ ਸੈਗਮੈਂਟ ਦਵਾਈ ਆ 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਵਰਤੋਂ ਕੀਤੀ ਜਾ ਸਕਦੀ ਆ। ਐਲਗ੍ਰਿਪ 30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਆ। ਇਹਦੇ ਬਦਲ ਦੇ ਵਿੱਚ ਸਨਰਾਈਜ਼ ਜਿਹੜੀ ਆ 50 ਗ੍ਰਾਮ ਪ੍ਰਤੀ ਏਕੜ, ਜਾਂ ਲੌਂਡੋਕਸ ਦਵਾਈ ਜਿਹੜੀ ਹੈਗੀ ਆ ਉਹ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦਾ ਛਿੜਕਾਅ ਜਿਹੜਾ ਹੈਗਾ 20-25 ਦਿਨ ਦੀ ਫਸਲ ਦੇ ਉੱਪਰ ਉਹ ਕਰ ਸਕਦੇ ਹਾਂ। ਸੋ ਖਿਆਲ ਇਹ ਰੱਖਣਾ ਕਿ ਜਦੋਂ ਆਪਾਂ ਇਹਨਾਂ ਦਵਾਈਆਂ ਦਾ ਛਿੜਕਾਅ ਕਰਨਾ ਤਾਂ ਉਸ ਵੇਲੇ ਤੁਹਾਡੇ ਖੇਤ ਵਿੱਚ ਪਾਣੀ ਨਾ ਖੜਾ ਹੋਵੇ, ਕਿਉਂਕਿ ਜੇ ਪਾਣੀ ਖੜਾ ਹੋਊਗਾ ਤਾਂ ਨਦੀਨ ਦੇ ਪੱਤਿਆਂ ਦੇ ਉੱਪਰ ਦਵਾਈ ਨਹੀਂ ਪੈਣੀ ਆਪਣੀ। ਸੋ ਪਾਣੀ ਨਾ ਖੜਾ ਹੋਵੇ, ਫਲੈਟ ਫੈਨ ਨੋਜ਼ਲ ਜਿਹੜੀ ਕੱਟ ਵਾਲੀ ਨੋਜ਼ਲ ਜਿਹਨੂੰ ਆਪਾਂ ਕਹਿ ਦਿੰਦੇ ਆ, ਸੋ ਉਹਦੀ ਵਰਤੋਂ ਕਰਕੇ ਆਪਾਂ ਇਹਦਾ ਛਿੜਕਾਅ ਕਰਨਾ ਹੈਗਾ। ਔਰ ਪ੍ਰਤੀ ਏਕੜ ਤਕਰੀਬਨ 150 ਲੀਟਰ ਪਾਣੀ ਜਿਹੜਾ ਹੈਗਾ, ਯਾਨੀ 10 ਢੋਲੀਆਂ ਆਪਾਂ ਵਰਤਣੀਆਂ ਹੈਗੀਆਂ ਸਪਰੇਅ ਵਾਸਤੇ। 10 ਢੋਲੀਆਂ ਪ੍ਰਤੀ ਏਕੜ ਦੇ ਨਾਲ ਆਪਾਂ ਸਪਰੇਅ ਕਰ ਦੇਣੀ ਆ। ਔਰ ਸਪਰੇਅ ਜਿਹੜੀ ਕਰਨੀ ਆ ਉਹ ਸਿੱਧੀ ਫਾਂਟਾਂ ਦੇ ਵਿੱਚ ਕਰਨੀ ਆ। ਆਪਾਂ ਕਦੇ ਵੀ ਨੋਜ਼ਲ ਨੂੰ ਇੱਧਰ ਉੱਧਰ ਹਿਲਾ ਕੇ ਜਿਹੜੀ ਆ ਉਹਦੇ ਨਾਲ ਉਸ ਤਰ੍ਹਾਂ ਸਪਰੇਅ ਨਹੀਂ ਕਰਨੀ। ਉਸ ਤਰ੍ਹਾਂ ਕਈ ਵਾਰ ਜਿਹੜੀ ਨਦੀਨਾਂ ਦੇ ਉੱਪਰ ਦਵਾਈ ਨਹੀਂ ਪੈਂਦੀਗੀ, ਜਿਹੜੇ ਨਾਲ ਕਿ ਨਦੀਨ ਕਈ ਵਾਰ ਨਹੀਂ ਮਰਦੇਗੇ। ਸੋ ਇਹਨਾਂ ਦਵਾਈਆਂ ਦੇ ਨਾਲ ਜਿਹੜਾ ਬੜੇ ਵਧੀਆ ਔਰ ਬੜੇ ਕਾਰਗਰ ਤਰੀਕੇ ਨਾਲ ਜਿਹੜਾ ਤੁਹਾਡੇ ਨਦੀਨਾਂ ਦੀ ਰੋਕਥਾਮ ਉਹ ਹੋ ਜਾਊਗੀ। ਮਤਲਬ ਨਦੀਨ ਤੋਂ ਤੁਹਾਡੇ ਖੇਤਾਂ ਨੂੰ ਨਿਜਾਤ ਮਿਲ ਸਕਦੀ ਹੈ, ਬਸ ਇਹਨਾਂ ਦਵਾਈਆਂ ਦੀ ਵਰਤੋਂ ਕਰੋ। ਤੇ ਜਿਹੜੀਆਂ ਖਾਸ ਗੱਲਾਂ ਡਾਕਟਰ ਸਾਹਿਬ ਨੇ ਦੱਸੀਆਂ
ਉਹਨਾਂ ਦਾ ਵੀ ਖਿਆਲ ਰੱਖੋ। ਤੇ ਡਾਕਟਰ ਸਾਹਿਬ ਇੱਕ ਕਾਲਰ ਸਾਡੇ ਨਾਲ ਹੁਣ ਜੁੜ ਗਏ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ ਕਿ ਕੀ ਹੈ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਮਾਨਸਾ ਤੋਂ ਬੋਲਦਾ ਮੈਂ, ਅਮਰਜੀਤ ਸਿੰਘ। ਸਰ ਮੈਂ ਜਾਣਕਾਰੀ ਲੈਣਾ ਚਾਹਾਂਗਾ, ਅਸੀਂ ਪਿਛਲੀ ਵਾਰ ਜਿਹੜੀ ਝੋਨੇ ਦੀ ਫਸਲ ਜਿਹੜੀ ਉਗਾਈ ਸੀਗੀ ਉਹਦੇ ਵਿੱਚ ਪਾਣੀ ਦੀ ਜਿਹੜੀ ਵਾਧ ਘਾਟ ਕਰਕੇ ਨਾ ਜੀ, ਜਿਹੜਾ ਝੋਨੇ ਦੀ ਜਿਹੜੀ ਫਸਲ ਸੀਗੀ, ਜਿਹੜਾ ਉਹਦਾ ਪੌਦਾ ਸੀਗਾ, ਉਹ ਸਹੀ ਗਰੋਥ ਨਹੀਂ ਕਰ ਪਾ ਰਿਹਾ ਸੀ। ਇਸ ਵਾਰ ਸਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਪਾਣੀ ਕਿੰਨੇ ਦਿਨ ਜਿਹੜਾ ਫਸਲ ਦੇ ਵਿੱਚ, ਝੋਨੇ ਦੀ ਫਸਲ ਦੇ ਵਿੱਚ ਅਸੀਂ ਰੱਖੀਏ ਤਾਂ ਕਰਕੇ ਜਿਹੜੀ ਸਾਡੀ ਝੋਨੇ ਦੇ ਜਿਹੜੀ ਗਰੋਥ ਆ ਸਹੀ ਹੋ ਸਕੇ ਤੇ ਅਸੀਂ ਜਿਹੜੀ ਸਹੀ ਜਿਹੜੀ ਪੈਦਾਵਾਰ ਕਰ ਸਕੀਏ। ਅੱਛਾ, ਸਰਦਾਰ ਅਮਰਜੀਤ ਸਿੰਘ ਜੀ, ਤੁਹਾਡੇ ਝੋਨੇ 'ਚ ਪਾਣੀ ਦੀ ਵਾਧ ਹੋਈ ਸੀ ਕਿ ਘਾਟ ਹੋਈ ਸੀਗੀ? ਇਹਦੇ ਬਾਰੇ ਸਾਨੂੰ ਪਹਿਲਾਂ ਦੱਸਿਆ ਜਾਵੇ, ਕਿਉਂਕਿ ਵਾਧ ਜਿਹੜੀ ਵੱਖਰੀ ਚੀਜ਼ ਆ, ਘਾਟ ਵੱਖਰੀ ਚੀਜ਼ ਆ। ਸਰ ਜਿਹੜਾ ਜਦੋਂ ਪਾਣੀ ਲਾਇਆ ਜੀ ਅਸੀਂ, ਕਈ ਦਿਨ ਪਾਣੀ ਸਾਡੇ ਖੜਾ ਰਿਹਾ ਤੇ ਉਸ ਤੋਂ ਬਾਅਦ ਸਰ ਜਿਹੜੀ ਝੋਨੇ ਦੀ ਗਰੋਥ ਸੀ ਉਹ ਸਹੀ ਨਹੀਂ ਜਿਹੜੀ ਹੋ ਪਾ ਰਹੀ ਸੀ, ਉਹ ਰੁਕ ਗਈ ਸੀ ਗਰੋਥ, ਉਹਦੇ ਨਾਲ ਕਾਫੀ ਜਿਹੜਾ ਸਾਡਾ ਝਾੜ ਵੀ ਘਟਿਆ ਜੀ। ਠੀਕ ਹੈ ਜੀ, ਬਿਲਕੁਲ ਬਿਲਕੁਲ। ਤੁਸੀਂ ਬੜਾ ਇੱਕ ਹਿਸਾਬ ਨਾਲ ਇਹ ਕਿਸਾਨ ਵੀਰਾਂ ਨੂੰ ਸੁਨੇਹਾ ਹੀ ਦਿੱਤਾ ਕਿ ਤੁਸੀਂ ਜਿਹੜਾ ਪਾਣੀ ਜ਼ਿਆਦਾ ਖੜਾ ਰਹਿਣ ਕਰਕੇ ਤੁਹਾਡਾ ਝਾੜ ਘਟ ਗਿਆ। ਸੋ ਅਸੀਂ ਵੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਹਰ ਪਲੇਟਫਾਰਮ ਤੋਂ ਕਿ ਜਿਹੜੇ ਝੋਨੇ ਨੂੰ ਬਹੁਤਾ ਪਾਣੀ ਲਾਉਣ ਨਾਲ ਕੋਈ ਝਾੜ ਬਹੁਤਾ ਨਹੀਂ ਵੱਧਦਾ ਗਾ। ਝੋਨੇ ਨੂੰ ਸਿਫਾਰਿਸ਼ ਮੁਤਾਬਕ ਹਿਸਾਬ ਦਾ ਪਾਣੀ ਲਾਉਣਾ। ਸੋ ਮੇਰੇ ਖਿਆਲ ਆ ਵੀ ਜਿਹੜੀ ਕਾਫੀ ਸਾਡੇ ਜਿਹੜੀ ਗੱਲ ਦੀ ਤੁਸੀਂ ਪੁਸ਼ਟੀ ਕਰਤੀ ਆ, ਕਿਸਾਨ ਵੀਰਾਂ ਤੱਕ ਵਧੀਆ ਇੱਕ ਜਿਹੜਾ ਮੈਸੇਜ ਤੁਸੀਂ ਦੇਤਾ ਹੈਗਾ ਵੀ ਜਿਹੜਾ ਪਾਣੀ ਜ਼ਿਆਦਾ ਲਾਉਣ ਨਾਲ ਝਾੜ ਨਹੀਂ ਜ਼ਿਆਦਾ ਹੁੰਦਾ ਗਾ। ਸੋ ਪਾਣੀ ਕਿੰਨਾ ਲਾਉਣਾ, ਸਿਰਫ ਪਹਿਲੇ 15 ਦਿਨ, ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਬਈ ਪਹਿਲੇ 15 ਦਿਨ ਪਾਣੀ ਆਪਾਂ ਖੇਤ 'ਚ ਖੜਾ ਰੱਖਣਾ ਤਾਂ ਜੋ ਨਦੀਨ ਨਾ ਹੋਣ। ਉਸ ਤੋਂ ਬਾਅਦ ਆਪਾਂ ਪਾਣੀ ਖੇਤ ਵਿੱਚ ਖੜਾ ਰੱਖਣ ਦੀ ਕੋਈ ਲੋੜ ਨਹੀਂ ਹੈਗੀ। ਜਿਸ ਦਿਨ ਪਾਣੀ ਲਾਇਆ, ਪਾਣੀ ਲਾਉਣ ਤੋਂ ਬਾਅਦ ਪਾਣੀ ਜੀਰ ਗਿਆ, ਜੀਰਨ ਤੋਂ 2 ਦਿਨ ਬਾਅਦ ਆਪਾਂ ਦੁਬਾਰਾ ਪਾਣੀ ਲਾਉਣਾ ਇਹਨੂੰ, ਝੋਨੇ ਨੂੰ। ਕਿਉਂਕਿ ਜੇ ਲਗਾਤਾਰ ਪਾਣੀ ਖੜਾ ਰੱਖਦੇ ਆ ਤਾਂ ਉਹਦੇ ਨਾਲ ਸਾਡੇ ਪਾਣੀ ਦੀ ਜਿਹੜੀ ਖਪਤ ਵੱਧ ਹੁੰਦੀ ਆ, ਝਾੜ ਦੇ ਵਿੱਚ ਕੋਈ ਇਜ਼ਾਫਾ ਨਹੀਂ ਆਉਂਦਾ ਜਾਂ ਕਈ ਵਾਰ ਜਿਵੇਂ ਤੁਸੀਂ ਦੱਸਿਆ ਘਟ ਵੀ ਸਕਦਾ। ਸੋ ਇਸ ਕਰਕੇ ਲੋੜ ਅਨੁਸਾਰ ਜਿਹੜਾ ਪਾਣੀ ਆਪਾਂ ਝੋਨੇ ਨੂੰ ਲਾਉਣਾ ਹੈਗਾ, ਬਹੁਤਾ ਪਾਣੀ ਜਿਹੜਾ ਉਹ ਝੋਨੇ ਨੂੰ ਨਹੀਂ ਲਾਉਣਾਗਾ। ਸੋ ਕਿਸਾਨ ਵੀਰਾਂ ਨੂੰ ਮੈਂ ਇੱਥੋਂ ਫਿਰ ਬੇਨਤੀ ਕਰੂੰਗਾ ਕਿ ਜਿਵੇਂ ਸਰਦਾਰ ਅਮਰਜੀਤ ਸਿੰਘ ਹਰਾਂ ਨੇ ਦੱਸਿਆ ਕਿ ਜ਼ਿਆਦਾ ਪਾਣੀ ਜਿਹੜਾ ਹੈਗਾ ਉਹਦਾ ਕੋਈ ਲਾਭ ਨਹੀਂਗਾ। ਸੋ ਕਿਸਾਨ ਵੀਰੋ, ਪਾਣੀ ਆਪਣਾ ਘਟਦਾ ਜਾ ਰਿਹਾ, ਬਹੁਤ ਸੂਝ-ਬੂਝ ਨਾਲ ਜਿਹੜਾ ਆਪਾਂ ਨੂੰ ਪਾਣੀ ਦੀ ਵਰਤੋਂ ਕਰਨ ਦੀ ਲੋੜ ਆ। ਕਿਉਂਕਿ ਜੇ ਪਾਣੀ ਹੈ ਤਾਂ ਸਾਡਾ ਝੋਨਾ ਹੈ, ਬਾਕੀ ਸਾਰੀਆਂ ਫਸਲਾਂ ਹੈਗੀਆਂ। ਜੇ ਪਾਣੀ ਦੇ ਆਪਾਂ ਨਾ ਬਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੜੀ ਗੰਭੀਰ ਸਥਿਤੀ ਜਿਹੜੀ ਉਹ ਹੋ ਜੂਗੀ। ਸੋ ਫਿਰ ਮੈਂ ਇਸ ਪਲੇਟਫਾਰਮ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਪਾਣੀ ਦੀ ਜਿਹੜੀ ਸੂਝ-ਬੂਝ ਨਾਲ ਵਰਤੋਂ ਉਹ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਪਲੇਟਫਾਰਮ ਦੇ ਜ਼ਰੀਏ ਵੀ, ਸੋਨਾਲੀਕਾ ਕਿਸਾਨ ਹੈਲਪਲਾਈਨ ਦੇ ਜ਼ਰੀਏ ਵੀ ਅਸੀਂ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਕਿ ਪਾਣੀ ਦੀ ਵਰਤੋਂ ਜਿਹੜੀ ਹੈ ਉਹ ਬਹੁਤ ਹੀ ਸੂਝ-ਬੂਝ ਨਾਲ ਕਰੋ, ਭਾਵੇਂ ਉਹ ਕਿਸਾਨ ਨੇ, ਭਾਵੇਂ ਉਹ ਹੋਰ ਲੋਕ ਨੇ। ਇਸ ਦਾ ਢੰਗ ਤਰੀਕਾ ਜਿਹੜਾ ਉਸਦਾ ਖਾਸ ਤੌਰ 'ਤੇ ਖਿਆਲ ਜ਼ਰੂਰ ਰੱਖਣਾ ਚਾਹੀਦਾ। ਤੇ ਡਾਕਟਰ ਸਾਹਿਬ ਇੱਥੇ ਵੇਲੇ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਇੱਕ ਅਗਾਂਹ-ਵਧੂ ਕਿਸਾਨ ਦੇ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2। ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2। ਤੇ ਇਸ ਸੈਗਮੈਂਟ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਇੱਕ ਅਜਿਹੇ ਕਿਸਾਨ ਦੇ ਨਾਲ ਜੋ ਕਿ ਨਵੇਕਲੀ ਸੋਚ ਰੱਖਦਾ ਹੈ, ਬਾਕੀ ਕਿਸਾਨ ਵੀਰਾਂ ਨੂੰ ਸੇਧ ਵੀ ਦਿੰਦਾ ਹੈ। ਤੇ ਆਓ ਫਿਰ ਮਿਲਦੇ ਹਾਂ ਅਜਿਹੇ ਅਗਾਂਹ-ਵਧੂ ਕਿਸਾਨ ਦੇ ਨਾਲ। ਅਗਾਂਹ-ਵਧੂ ਕਿਸਾਨ ਗੁਰਪ੍ਰੀਤ ਜੈਵਿਕ ਖੇਤੀ ਕਰਨ ਸਦਕਾ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਫਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਦੇ ਪਿੰਡ ਤਾਜ਼ਾ ਪੱਟੀ ਦਾ ਇਹ ਕਿਸਾਨ ਕਾਫੀ ਲੰਬੇ ਸਮੇਂ ਤੋਂ ਆਪਣੇ ਖੇਤਾਂ 'ਚ ਕੁਦਰਤੀ ਢੰਗ ਨਾਲ ਖਾਦ ਤਿਆਰ ਕਰਕੇ ਜੈਵਿਕ ਖੇਤੀ ਕਰ ਰਿਹਾ ਹੈ। ਇਸ ਦੇ ਲਈ ਇਸ ਗੁਰਪ੍ਰੀਤ ਨੂੰ ਕਈ ਵੱਕਾਰੀ ਸਨਮਾਨ ਵੀ ਮਿਲ ਚੁੱਕੇ ਨੇ। ਹਾਲਾਂਕਿ ਪਹਿਲੇ 1-2 ਸਾਲ ਗੁਰਪ੍ਰੀਤ ਨੂੰ ਫਸਲੀ ਝਾੜ ਘਟਣ ਦੀ ਪਰੇਸ਼ਾਨੀ ਵੀ ਹੋਈ, ਪਰ ਹੁਣ ਇਹ ਕਿਸਾਨ ਉਹਨਾਂ ਕਿਸਾਨਾਂ ਨਾਲੋਂ ਵੱਧ ਝਾੜ ਲੈ ਰਿਹਾ ਜੋ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਦੇ ਲਈ ਰਸਾਇਣਿਕ ਖਾਦ ਤੇ ਜ਼ਹਿਰੀਲੀਆਂ ਸਪਰੇਹਾਂ ਦੀ ਵਰਤੋਂ ਕਰਦੇ ਨੇ। ਇਹ ਕਿਸਾਨ ਪਾਣੀ ਦੀ ਬਚਤ ਕਰਨ ਦੇ ਲਈ ਇਰੀਗੇਸ਼ਨ ਸਿਸਟਮ ਦੀ ਵਰਤੋਂ ਕਰਦਾ ਹੈ। ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਜਦ ਤੋਂ ਗੁਰਪ੍ਰੀਤ ਨੇ ਫਸਲੀ ਵੰਨ-ਸੁਵੰਨਤਾ ਅਪਣਾਈ ਹੈ, ਉਦੋਂ ਤੋਂ ਉਸ ਦਾ ਖੇਤੀ ਤੇ ਖਰਚ ਘਟ ਗਿਆ ਅਤੇ ਮੁਨਾਫਾ ਚੌਖਾ ਹੋ ਰਿਹਾ ਹੈ। ਅਸੀਂ ਜੀ ਆਪਦੇ ਖੇਤ ਦੇ ਵਿੱਚ 5-6 ਕਿੱਲੇ ਜਿਹੜੀ ਖੇਤੀ ਹੈ ਕਣਕ ਆ, ਉਹ ਬਿਲਕੁਲ ਆਰਗੈਨਿਕ ਬੀਜਦੇ। ਉਹਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਪੈਸਟੀਸਾਈਡ ਜਾਂ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ ਜੀ। ਉਸ ਦਾ ਮਤਲਬ ਝਾੜ ਤਾਂ ਦੂਸਰੀ ਨਾਲੋਂ ਜ਼ਰੂਰ ਕੋਈ 5-7 ਮਣ ਦਾ ਫਰਕ ਪੈਂਦਾ। ਪਹਿਲੇ 1-2 ਸਾਲ ਤਾਂ ਪ੍ਰਭਾਵਿਤ ਹੁੰਦੀ ਹੈ, ਪਰ ਤੀਜੇ ਚੌਥੇ ਸਾਲ ਲਗਭਗ ਦੂਜੀ ਫਸਲ ਦੇ ਬਰਾਬਰ ਹੀ ਫਸਲ ਹੋ ਜਾਂਦੀ ਹੈ।
ਉਹਦੇ ਵਿੱਚ ਮਤਲਬ ਸਾਨੂੰ ਆਲਮੋਸਟ ਜੇ ਅਸੀਂ ਟੋਟਲ ਉਹਦਾ ਮੁਲਾਂਕਣ ਕਰਾਂਗੇ ਤਾਂ ਸਾਨੂੰ ਆਮਦਨ ਉਸ ਦੀ ਵੱਧ ਹੁੰਦੀ ਹੈ, ਕਿਉਂਕਿ ਜਿਹੜੀ ਉਸ ਦੀ ਕਾਸਟ ਉਹ ਡਬਲ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਜੇ ਦੂਸਰੀ 17-1800 ਨੂੰ ਵਿਕਦੀ ਹੈ ਤਾਂ ਉਹ ਸਾਡੀ 3000-3200 ਨੂੰ 3500 ਤੱਕ ਵੀ ਸਾਡੇ ਘਰੋਂ ਲੈ ਜਾਂਦੇ ਨੇ ਜੀ। ਅਸੀਂ ਬਿਲਕੁਲ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲੀ ਪੈਸਟੀਸਾਈਡ ਜਾਂ ਕਿਸੇ ਦੀ ਵਰਤੋਂ ਨਹੀਂ ਕਰਦੇ, ਬਿਲਕੁਲ ਨੈਚੁਰਲ ਤਰੀਕੇ ਨਾਲ ਰਹਿੰਦੀ ਹੈ ਤੇ ਉਹ ਖਰਾਬ ਵੀ ਨਹੀਂ ਹੁੰਦੀ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੀੜਾ ਵਗੈਰਾ ਵੀ ਨਹੀਂ ਲੱਗਦਾ। ਗੁਰਪ੍ਰੀਤ ਬਦਲਵੀਆਂ ਫਸਲਾਂ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਵੀ ਕਰਦਾ ਹੈ ਤੇ ਆਪਣੇ ਦੁਧਾਰੂ ਪਸ਼ੂਆਂ ਨੂੰ ਰਸਾਇਣਿਕ ਖਾਦਾਂ ਤੋਂ ਰਹਿਤ ਚਾਰਾ ਪਾਉਂਦਾ ਹੈ। ਇਸ ਦੇ ਨਾਲ ਦੁੱਧ ਦੀ ਗੁਣਵੱਤਾ ਕਈ ਗੁਣਾ ਵੱਧ ਜਾਂਦੀ ਹੈ। ਵਾਕਈ ਅੱਜ ਦੀ ਸਮੇਂ ਦੀ ਲੋੜ ਵੀ ਹੈ ਕਿ ਰਵਾਇਤੀ ਫਸਲੀ ਚੱਕਰ ਨੂੰ ਕਿਸਾਨ ਛੱਡ ਕੇ ਫਸਲੀ ਵੰਨ-ਸੁਵੰਨਤਾ ਵੱਲ ਆਉਣ ਅਤੇ ਜੈਵਿਕ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ, ਤਾਂ ਹੀ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਖੇਤੀ ਦਾ ਧੰਦਾ ਲਾਹੇਵੰਦ ਸਾਬਤ ਹੋਵੇਗਾ ਤੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ। ਪੀਟੀਸੀ ਨਿਊਜ਼ ਲਈ ਫਜ਼ਿਲਕਾ ਤੋਂ BS ਰਾਣੂ ਦੀ ਰਿਪੋਰਟ। ਇਹ ਤਾਂ ਸੀ ਮੁਲਾਕਾਤ ਇੱਕ ਅਗਾਂਹਵਧੂ ਕਿਸਾਨ ਦੇ ਨਾਲ। ਤੇ ਹੁਣ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹੋ, ਇਸ ਲਈ ਪੇਸ਼ ਨੇ ਟਿਪਸ ਫॉर ਟਰੈਕਟਰ। ਤੇ ਹੁਣ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਸੈਗਮੈਂਟ ਵਿੱਚ ਤੁਹਾਡੇ ਫਾਇਦੇ ਦੀ ਗੱਲ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਤੁਹਾਡੇ ਕੰਮ ਆਉਣ ਵਾਲੀ ਸਾਵਧਾਨੀ। ਡੀਜ਼ਲ ਸੇਵਰ ਯੂਨਿਟ ਦੀ ਵਰਤੋਂ ਹਮੇਸ਼ਾ ਆਇਲਟ RPM ਤੇ ਹੀ ਕਰਨੀ ਚਾਹੀਦੀ ਹੈ। ਤੇਲ ਵਿੱਚ ਡੁੱਬੇ ਬ੍ਰੇਕ OIB ਦਾ ਵਿਕਲਪ 39 HP ਤੋਂ ਉੱਪਰ ਦੇ ਸਾਰੇ ਮਾਡਲਾਂ ਵਿੱਚ ਮੁਹੱਈਆ ਹੈ। ਇਸ ਤਰ੍ਹਾਂ ਦੇ ਬ੍ਰੇਕ ਜ਼ਿਆਦਾ ਪ੍ਰਭਾਵੀ ਅਤੇ ਡਰਾਈ ਬ੍ਰੇਕਾਂ ਦੇ ਮੁਕਾਬਲੇ ਜ਼ਿਆਦਾ ਆਸਾਨੀ ਨਾਲ ਲੱਗਦੇ ਨੇ। ਬ੍ਰੇਕ ਲਾਈਨਰ ਨੂੰ ਜ਼ਿਆਦਾ ਸਮੇਂ ਤੱਕ ਚਲਾਉਣ ਦੇ ਲਈ ਟਰਾਂਸਮਿਸ਼ਨ ਆਇਲ ਲੈਵਲ ਨੂੰ ਸਥਿਰ ਰੱਖਿਆ ਜਾਣਾ ਚਾਹੀਦਾ ਹੈ। OIB ਦੀ ਮੁਰੰਮਤ ਲੋਕਲ ਮਕੈਨਿਕ ਤੋਂ ਕਦੇ ਨਾ ਕਰਾਓ। ਟਰਾਂਸਮਿਸ਼ਨ ਆਇਲ ਲੈਵਲ ਦੀ ਪੂਰਤੀ ਲਈ ਸਹੀ ਗੁਣਵੱਤਾ ਵਾਲਾ ਆਇਲ ਸੋਨਾਲੀਕਾ OIB ਆਇਲ ELF 2414 ਦੀ ਹੀ ਵਰਤੋਂ ਕਰੋ। ਸੁਝਾਏ ਗਏ ਬ੍ਰਾਂਡਡ ਟਰਾਂਸਮਿਸ਼ਨ ਆਇਲ ਦਾ ਹੀ ਪ੍ਰਯੋਗ ਕਰੋ। ਇਸ ਦੇ ਵਿੱਚ ਹਲਕਾ ਆਇਲ ਮਿਲਾਉਣ ਨਾਲ ਬ੍ਰੇਕ ਵਿੱਚੋਂ ਆਵਾਜ਼ ਆਉਣ ਦੀ ਸਮੱਸਿਆ ਹੋ ਸਕਦੀ ਹੈ। ਉਮੀਦ ਕਰਦੇ ਹਾਂ ਕਿ ਇਹ ਟਿਪਸ ਤੁਹਾਡੇ ਲਈ ਜ਼ਰੂਰ ਫਾਇਦੇਮੰਦ ਸਾਬਿਤ ਹੋਣਗੇ। ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਵਿੱਚ ਆਉਣ ਦੇ ਲਈ। ਬਹੁਤ-ਬਹੁਤ ਧੰਨਵਾਦ। ਸੋ ਕਿਸਾਨ ਵੀਰੋ, ਮੈਨੂੰ ਪੂਰਨ ਆਸ ਹੈ ਕਿ ਤੁਸੀਂ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਸਾਰੀਆਂ ਤਕਨੀਕਾਂ ਔਰ ਕਿਸਮਾਂ ਦੀ ਜਿਹੜੀ ਅਪਣਾ ਕੇ ਜਿਹੜਾ ਅਗਲੇ ਸਮੇਂ ਦੇ ਵਿੱਚ ਖੇਤੀ ਵਿੱਚ ਚੰਗਾ ਨਾਮ ਨਾ ਖੱਟੋਗੇ। ਜਿੱਥੇ ਪੰਜਾਬ ਨੂੰ ਤੁਸੀਂ ਪਹਿਲਾਂ ਇੰਨਾ ਵੱਡਾ ਖੇਤੀ ਦੇ ਵਿੱਚ ਨਾਮ ਨਾ ਦਵਾਇਆ ਔਰ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਉਹਨੂੰ ਬਰਕਰਾਰ ਰੱਖੋਗੇ। ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਸੋ ਅੱਜ ਦੇ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਵਿੱਚ ਇੰਨਾ ਹੀ। ਅਗਲੇ ਹਫਤੇ ਮੁੜ ਲੈ ਹਾਜ਼ਰ ਹੋਵਾਂਗੇ ਇੱਕ ਨਵਾਂ ਵਿਸ਼ਾ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਜੋ ਕਿ 93 195 92 96 9, ਇਸ ਉੱਤੇ ਤੁਸੀਂ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ ਤੇ ਮਾਹਿਰਾਂ ਵੱਲੋਂ ਉਸ ਦੇ ਜਵਾਬ ਦਿੱਤੇ ਜਾਣਗੇ। ਅਗਲੇ ਹਫਤੇ ਮੁੜ ਲੈ ਹਾਜ਼ਰ ਹੋਵਾਂਗੇ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 2, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ ਅਤੇ ਇਸ ਦੇ ਐਸੋਸੀਏਟ ਸਪਾਂਸਰ ਨੇ ESS ਗਲੋਬਲ। ਦਿਓ ਇਜਾਜ਼ਤ, ਰੱਬ ਰੱਖਾ।